ਇਸ ਵੀਡੀਓ 'ਚ ਆਪਾਂ ਗੱਲ ਕਰਾਂਗੇ ਵੀ ਪੰਜਾਬ ਏਡੀਓ ਦੇ ਐਗਜ਼ਾਮ ਦੀ ਆਪਾਂ ਪ੍ਰਿਪਰੇਸ਼ਨ ਕਿਵੇਂ ਕਰਨੀ ਹੈ, ਲਾਈਕ ਸਿਲੇਬਸ ਦੇ ਅਕੋਰਡਿੰਗ ਆਪਣੀ ਸਟ੍ਰੈਟਜੀ ਕੀ ਹੋਣੀ ਚਾਹੀਦੀ ਹੈ, ਹਾਊ ਐਨੀਵਨ ਕੈਨ ਕਰੈਕ ਦਿਸ ਐਗਜ਼ਾਮ। ਸੋ ਦ ਫਸਟ ਥਿੰਗ ਕਿ ਪ੍ਰਿਪੇਅਰ ਕਿਵੇਂ ਕਰਨਾ, ਇਹਦੀ ਸਭ ਤੋਂ ਪਹਿਲੀ ਚੀਜ਼ ਜਿਹੜੀ ਆਉਂਦੀ ਹੈ ਉਹ ਆਉਂਦੀ ਸਿਲੇਬਸ। ਮਤਲਬ ਸਾਰਿਆਂ ਤੋਂ ਪਹਿਲਾਂ ਆਪਾਂ ਨੂੰ ਪਤਾ ਹੋਣਾ ਚਾਹੀਦਾ ਕਿ ਕਿਸੇ ਵੀ ਐਗਜ਼ਾਮ ਦਾ ਸਿਲੇਬਸ ਕੀ ਹੈ, ਉਹਨਾਂ ਨੇ ਪੁੱਛਣਾ ਕਿ ਐਗਜ਼ਾਮ 'ਚ ਅਤੇ ਆਪਾਂ ਪੜ੍ਹਨਾ ਕੀ ਹੈ। ਦਿਸ ਇਜ਼ ਦ ਫਸਟ ਥਿੰਗ ਐਵਰੀਵਨ ਸ਼ੁੱਡ ਨੋ, ਐਵਰੀਵਨ ਸ਼ੁੱਡ ਹੈਵ ਦੈਟ ਕਾਪੀ ਆਫ ਸਿਲੇਬਸ। ਉਹਨਾਂ ਕੋਲ ਹੋਣੀ ਚਾਹੀਦੀ ਹੈ, ਹਰ ਬੰਦੇ ਕੋਲ ਉਹਨੂੰ ਪਤਾ ਹੋਣਾ ਚਾਹੀਦਾ ਕਿ ਮੈਂ ਕਰ ਕੀ ਰਿਹਾ, ਮੈਂ ਪੜ੍ਹਨਾ ਕੀ ਹੈ। ਉਦੋਂ ਬਾਅਦ ਆਉਂਦਾ ਵੀ ਸਿਲੇਬਸ ਤਾਂ ਆ ਗਿਆ, ਠੀਕ ਹੈ, ਫਿਰ ਹੁਣ ਆਪਾਂ ਉਹਨੂੰ ਕਿਹੜੇ ਸੋਰਸਿਸ ਤੋਂ ਉਹਨੂੰ ਆਪਾਂ ਕਵਰ ਕਰਨਾ, ਦੈਟ ਇਜ਼ ਦ ਸੈਕਿੰਡ ਥਿੰਗ one should know ki what are the sources one should have for this, like there could be multiple sources। ਕੁਛ ਔਨਲਾਈਨ ਸੋਰਸਿਸ ਤੁਸੀਂ ਯੂਜ਼ ਕਰ ਸਕਦੇ ਹੋ, ਜਿਵੇਂ TNU ਦੇ ਨੋਟਸ ਹੈ ਜਿਹੜੇ ਕਿ ICR ਨੇ ਓਫੀਸ਼ੀਅਲ ਨੋਟਸ ਹੈ, ਉਹ ਤੁਸੀਂ ਫੋਲੋ ਕਰ ਸਕਦੇ ਹੋ, ਕਿਉਂਕਿ ਉਹ ਮਤਲਬ ਉਹਨਾਂ 'ਚ ਕੋਈ ਗਲਤੀ ਨਹੀਂ ਹੁੰਦੀ, ਉਹ ਬਿਲਕੁਲ ਸਹੀ ਹੁੰਦੇ ਆ। ਫਿਰ ਤੁਸੀਂ ਕੁਛ ਬੁੱਕਸ ਫੋਲੋ ਕਰ ਸਕਦੇ ਹੋ ਜਿਹੜੇ ਹਰੇਕ ਬੰਦਾ ਹੀ ਪੜ੍ਹਦਾ ਹੈ, ਜਿਹੜੇ ਨੇ ਵੀ BSc ਐਗਰੀਕਲਚਰ ਕੀਤੀ ਹੈ, ਹਰ ਬੰਦੇ ਕੋਲ ਨੀਮਰਾ ਸੁੰਡਾ ਬੁੱਕ ਹੋਣੀ, SR ਕਾਂਟਵਾ ਬੁੱਕ ਹੋਣੀ, ਅਤੇ ਅਰੁਣ ਕਾਤਿਆਨ ਬੁੱਕ। ਮਤਲਬ ਇਹ ਸਾਰੇ ਬੁੱਕਸ ਜਿਨ੍ਹਾਂ ਦੇ ਜੇ ਤੁਹਾਡੇ ਸਿਲੇਬਸ ਦੇ ਨਾਲ ਨਾਲ ਉਹ ਕੁਛ ਟੌਪਿਕਸ ਮੈਚ ਕਰਦੇ, ਜਿਵੇਂ ਕਿ ਆਪਾਂ ਦੇਖਾਂਗੇ ਅੱਗੇ ਕਿਹੜੇ ਕਿਹੜੇ ਮੈਚ ਕਰਦੇ ਆ, ਤਾਂ ਇਹ ਸਾਰੀਆਂ ਚੀਜ਼ਾਂ ਆਪਾਂ ਉੱਥੋਂ ਕਰ ਸਕਦੇ ਹਾਂ। ਫਿਰ ਜੇ ਐਗਰੋਨੋਮੀ ਥੋੜ੍ਹੀ ਡੈਪਥ ਨੌਲੇਜ ਤੁਸੀਂ ਲੈਣੀ ਹੈ ਤਾਂ ਤੁਸੀਂ ਕਲਿਆਣੀ ਦੀ ਇੱਕ ਬੁੱਕ ਆਉਂਦੀ ਉਹ ਰੈਫਰ ਕਰ ਸਕਦੇ ਹੋ। ਉਹ ਤੋਂ ਬਾਅਦ ਆਉਂਦਾ ਨੈਕਸਟ ਕੁਐਸਚਨ ਵੀ ਯਾਰ ਪੈਕੇਜ ਆਫ ਪ੍ਰੈਕਟਿਸਿਸ ਇੰਪੋਰਟੈਂਟ ਹੈ ਜਾਂ ਨਹੀਂ ਹੈ, ਉਹ ਪੜ੍ਹਨੀ ਹੈ ਜਾਂ ਨਹੀਂ ਪੜ੍ਹਨੀ ਆ। ਸੋ ਇਹ ਵੀ ਬਹੁਤ ਇੰਪੋਰਟੈਂਟ ਹੈ ਵੀ ਆਪਾਂ ਇਹਨੂੰ ਕਵਰ ਕਰਨਾ ਜਾਂ ਨਹੀਂ ਕਰਨਾ। ਸੋ ਜੇ ਆਪਾਂ ਸਿਲੇਬਸ ਨੂੰ ਦੇਖੀਏ ਤਾਂ ਉਹ 'ਤੇ ਕਿਤੇ ਵੀ ਮੈਨਸ਼ਨ ਨਹੀਂ ਕੀਤਾ ਹੋਇਆ ਵੀ POP ਕਰਕੇ, ਬਟ ਜੇ ਸਿਲੇਬਸ ਨੂੰ ਫਿਰ ਅੰਦਰ ਤੱਕ ਦੇਖੀਏ ਤਾਂ ਸਿੱਧਾ ਪਤਾ ਲੱਗਦਾ ਹੈ ਵੀ ਸੀਡ ਰੇਟ ਹੈ, ਫਰਟੀਲਾਈਜੇਸ਼ਨ ਅਤੇ ਫੀਲਡ ਪ੍ਰੀਪਰੇਸ਼ਨ ਹੈ। ਤਾਂ ਇਹ ਸਾਰੀਆਂ ਚੀਜ਼ਾਂ ਆਪਾਂ ਕਿੱਥੋਂ ਦੇਖਾਂਗੇ? ਜੇ ਉਹਨਾਂ ਨੇ ਕਿਸੇ ਪਰਟੀਕੂਲਰ ਕ੍ਰੌਪ ਬਾਰੇ ਪੁੱਛ ਲਿਆ ਤਾਂ ਦੈਨ ਹਾਊ ਵੀ ਵਿਲ ਆਨਸਰ ਦੈਟ ਕੁਐਸਚਨ। ਤਾਂ ਸਿੰਪਲ ਜਿਹੀ ਚੀਜ਼ ਹੈ ਵੀ POP 'ਚੋਂ ਹੀ ਆਪਾਂ ਨੂੰ ਪਤਾ ਚੱਲਣਾ ਹੈ ਨਾ ਉਹ ਚੀਜ਼ ਦਾ, ਕਿਉਂਕਿ ਉਹਨਾਂ ਨੇ ਪੁੱਛਣਾ ਪਰਟੀਕੂਲਰਲੀ ਪੰਜਾਬ ਬਾਰੇ, ਤਾਂ ਫਿਰ ਪੰਜਾਬ ਬਾਰੇ ਤੁਹਾਨੂੰ ਨੀਮਰਾਜ ਤੋਂ ਜਾਂ ਅਰੁਣ ਕਾਤਿਆਨ ਤੋਂ ਕਿਤੇ ਹੋਰ ਥੋੜ੍ਹੀ ਮਿਲਣੀ ਇਨਫੋਰਮੇਸ਼ਨ, ਦਾ ਇਟ ਵਿਲ ਬੀ ਫਰੋਮ ਪੈਕੇਜ ਆਫ ਪ੍ਰੈਕਟਿਸਿਸ ਓਨਲੀ। ਸੋ ਇਹਨੂੰ ਪੜ੍ਹਨਾ ਵੀ ਇੰਪੋਰਟੈਂਟ ਹੈ। ਐਂਡ ਦ ਨੈਕਸਟ ਥਿੰਗ ਇਜ਼ ਕਿਹੜੀ ਬੁੱਕਸ ਰੀਡ ਕਰਨੀ, ਜਿਹੜੀ ਆਪਾਂ ਆਲਰੇਡੀ ਗੱਲ ਕਰ ਲਈ ਵੀ ਕਿਹੜੀ ਜਿੰਨਾ ਤੁਹਾਡੇ ਕੋਲ ਟਾਈਮ ਹੈ ਤੁਸੀਂ ਉਹ ਰੱਖੋ ਵੀ ਹਾਂ ਮੈਂ ਆਹ ਕਵਰ ਕਰ ਸਕਦਾ। ਬਟ ਆਈ ਥਿੰਕ ਦੇਰ ਇਜ਼ ਸਫੀਸ਼ੀਐਂਟ ਟਾਈਮ, ਤਾਂ ਕਿਸੇ ਵੀ ਬੰਦੇ ਨੇ ਇਫ ਦੇ ਵਾਂਟ ਟੂ ਕਰੈਕ ਦਿਸ ਐਗਜ਼ਾਮ, ਇਫ ਯੂ ਆਰ ਟੋਟਲੀ ਫੋਕਸ ਫॉर ਪਰਟੀਕੂਲਰ ਥਿੰਗ, ਦੈਨ ਯੂ ਸ਼ੁੱਡ ਰੈਫਰ ਸਮ ਬੁੱਕਸ। ਬਟ ਮੈਂ ਇੱਦਾਂ ਨਹੀਂ ਕਹਿੰਦੀ ਵੀ ਬਹੁਤ ਸਾਰੇ ਬੁੱਕਸ ਤੁਸੀਂ ਪੜ੍ਹੋ ਫਿਰ ਹੀ ਤੁਹਾਡਾ ਐਗਜ਼ਾਮ ਹੋਣਾ, ਨਹੀਂ। ਬਟ ਵਟ ਐਵਰ ਬੁੱਕਸ ਯੂ ਆਰ ਰੀਡਿੰਗ, ਰੀਡ ਦੈਮ ਮਲਟੀਪਲ ਟਾਈਮਸ ਸੋ ਦੈਟ ਇਫ ਕੁਐਸਚਨ ਕਮ ਫਰੋਮ ਦੋਜ਼ ਬੁੱਕਸ ਤਾਂ ਉਹ ਤੁਹਾਡਾ ਗਲਤ ਨਹੀਂ ਹੋਣਾ ਚਾਹੀਦਾ। ਮਤਲਬ ਜੇ ਤੁਸੀਂ 2 ਬੁੱਕਸ ਵੀ ਪੜ੍ਹੀਆਂ ਤਾਂ ਉਹ ਤੁਹਾਨੂੰ ਚੰਗੀ ਤਰ੍ਹਾਂ ਯਾਦ ਹੋਣੀ ਚਾਹੀਦੀ ਹੈ ਵੀ ਜੇ ਇੱਥੋਂ ਕੁਛ ਨਾ ਕਿ ਤਾਂ ਤੁਹਾਡਾ ਗਲਤ ਨਹੀਂ ਹੋ ਰਿਹਾ। ਇੱਦਾਂ ਨਹੀਂ ਕਿ ਤੁਸੀਂ 5 ਬੁੱਕਸ ਪੜ੍ਹ ਲਈਆਂ ਬਟ ਤੁਸੀਂ ਇੱਕ ਵਾਰੀ ਰੀਡ ਕੀਤੀ ਹੈ ਤਾਂ ਫਿਰ ਕੋਈ ਫਾਇਦਾ ਨਹੀਂ। ਐਂਡ ਦ ਨੈਕਸਟ ਥਿੰਗ ਹੈ ਟੈਸਟ ਸੀਰੀਜ਼ ਅਤੇ ਕੁਐਸਚਨਸ ਕਿੱਥੋਂ ਸੋਲਵ ਕਰਨੇ ਹੈ। ਦੇਖੋ ਫਸਟ ਥਿੰਗ ਇਜ਼ ਟਰਾਈ ਟੂ ਮੇਕ ਯੂਰ ਓਨ ਕੁਐਸਚਨਸ, ਜਿਹੜਾ ਕਿ ਇਫੈਕਟਿਵ ਵੇ ਹੁੰਦਾ ਕਿਸੇ ਵੀ ਚੀਜ਼ ਨੂੰ ਪ੍ਰਿਪੇਅਰ ਕਰਨ ਦਾ। ਇਫੈਕਟਿਵ ਵੇ ਹੈ ਆਸਕ ਯੋਰ ਸੈਲਫ ਕੁਐਸਚਨਸ ਵੀ ਇੱਥੋਂ ਇਫ I would be the examiner, then how would I ask the question from that particular thing? Just keep those things in mind, ਤਾਂ ਤੁਹਾਡੀ ਜਿਹੜੀ ਰੀਡਿੰਗ ਹੈ ਉਹ ਵੀ ਬਹੁਤ ਇਫੈਕਟਿਵ ਹੋਊਗੀ। ਐਂਡ ਦ ਅਦਰ ਥਿੰਗ ਇਜ਼ you should track yourself, like whether I'm reading the ਰਾਈਟ ਵੇ ਜਾਂ ਫਿਰ ਮੈਂ ਗਲਤ ਕੁਛ ਤਾਂ ਨਹੀਂ ਕਰ ਰਿਹਾ। ਤਾਂ ਖੁਦ ਨੂੰ ਚੈੱਕ ਕਰਦੇ ਰਹਿਣਾ ਚਾਹੀਦਾ, ਕੁਛ ਟੈਸਟ ਦੇ ਕੇ ਜਾਂ ਕੁਛ ਟੈਸਟ ਸੀਰੀਜ਼ ਦੇ ਨਾਲ ਜੋੜ ਕੇ ਆਪਦੇ ਆਪ ਨੂੰ ਚੈੱਕ ਕਰੋ ਵੀ ਮੈਂ ਸਹੀ ਜਾ ਰਿਹਾ, ਮੇਰੀ ਪਰਫੋਰਮੈਂਸ ਸਹੀ ਹੋ ਰਹੀ ਹੈ ਨਹੀਂ, ਮੈਂ ਜੋ ਪੜ੍ਹ ਰਿਹਾ ਮੈਨੂੰ ਯਾਦ ਹੋ ਰਿਹਾ ਜਾਂ ਨਹੀਂ। ਤਾਂ ਉਹ ਖੁਦ ਦੀ ਇਵੈਲੂਏਸ਼ਨ ਕਰਨਾ ਬਹੁਤ ਜ਼ਰੂਰੀ ਹੈ। ਤਾਂ ਦਿਸ ਇਜ਼ ਦਾ ਵੇ। ਅਤੇ ਉਦੋਂ ਬਾਅਦ ਆਪਾਂ ਗੱਲ ਕਰਦੇ ਵੀ ਇਹ ਸਿਲੇਬਸ ਕੀ ਆ। ਸਿਲੇਬਸ 'ਚ ਉਹਨਾਂ ਨੇ ਦੇਖੋ ਬਹੁਤ ਹੀ ਸਿੰਪਲ ਜਿਹਾ ਅਤੇ ਬਹੁਤ ਹੀ ਕੰਸਾਈਜ਼ ਜਿਹਾ ਸਿਲੇਬਸ ਹੈ। ਉਹਨਾਂ ਨੇ ਲਿਖਿਆ ਹੋਇਆ ਵੀ ਬੇਸਿਕ ਨੌਲੇਜ ਆਫ ਐਗਰੋਨੋਮੀ ਹੋਣੀ ਚਾਹੀਦੀ ਹੈ, ਸੋਇਲ ਸਾਇੰਸ, ਪਲਾਂਟ ਬਰੀਡਿੰਗ, ਐਂਟਮੋਲੋਜੀ, ਪੈਥੋਲੋਜੀ, ਐਕਸਟੈਂਸ਼ਨ, ਆਹ ਸਾਰੇ ਸਬਜੈਕਟ ਹੈ। ਇਹਦੀ ਬੇਸਿਕ ਨੌਲੇਜ ਗਰੋਥ ਐਂਡ ਡਿਵੈਲਪਮੈਂਟ ਆਫ ਕ੍ਰੌਪ, ਜਿਹੜੀ ਕਿ ਫਿਜ਼ੀਓਲੋਜੀ ਦਾ ਥੋੜ੍ਹਾ ਪਾਰਟ ਹੋ ਸਕਦੀ ਹੈ, ਐਂਡ ਵੈਦਰ, ਕਲਾਈਮੇਟ, ਕ੍ਰੌਪ ਕਲਾਸੀਫਿਕੇਸ਼ਨ ਜਿਹੜੀ ਕਿ ਤੁਸੀਂ ਅਰੁਣ ਕਾਤਿਆਨ 'ਚੋਂ ਥੋੜ੍ਹਾ ਦੇਖ ਸਕਦੇ ਹੋ, ਫਾਰਮ ਇੰਪਲੀਮੈਂਟਸ, ਟੂਲਸ, ਇਹ ਪੈਕੇਜਿਸ 'ਚ ਵੀ ਹੈਗੇ ਆ ਅਤੇ ਹੋਰ ਬਾਕੀ ਬੁੱਕਸ 'ਚ ਵੀ ਲਿਖੇ ਹੋਏ ਆ। ਤੁਸੀਂ ਉਹੀ ਇੰਪਲੀਮੈਂਟਸ, ਇੱਦਾਂ ਨਹੀਂ ਕਿ ਤੁਸੀਂ ਪੜ੍ਹਨ ਬੈਠੇ ਹੋ ਸਪਰੇਅਰ ਬਾਰੇ ਜਾਂ ਕੁਛ, ਹਾਂ ਥੋੜ੍ਹਾ ਬਹੁਤ ਦੇਖ ਸਕਦੇ ਬੇਸਿਕ, ਬਟ ਇੰਨਾ ਨਹੀਂ ਵੀ ਕਿ ਡੈਪਥ। ਉਹਨਾਂ ਨੇ ਪੁੱਛਿਆ ਬੇਸਿਕ, ਜਸਟ ਬੇਸਿਕ।
ਤਾਂ ਉਨੀ ਕੀ ਚੀਜ਼ 'ਤੇ ਧਿਆਨ ਦੇਣਾ ਹੈ। ਫਿਰ ਕੈਲਕੂਲੇਸ਼ਨ ਦੇਖੋ, ਇੱਥੋਂ ਤੱਕ ਜਿਹੜਾ ਸਿਲੇਬਸ ਹੈ ਬੇਸਿਕ ਨੌਲੇਜ ਵਾਲਾ, ਇਹ ਤੁਸੀਂ ਕਿਸੇ ਵੀ ਬੇਸਿਕ ਬੁੱਕ 'ਚੋਂ ਕਵਰ ਕਰ ਸਕਦੇ ਹੋ, ਬਟ ਆਈ ਵੁੱਡ ਰੈਕਮੈਂਡ ਕਿ ਤੁਸੀਂ ਨਾ ਕਿਸੇ ਓਫੀਸ਼ੀਅਲ ਸੋਰਸ ਤੋਂ ਹੀ ਇਹਨੂੰ ਕਵਰ ਕਰੋ, ਜਿੱਦਾਂ ਕਿ TNU ਦੇ ਨੋਟਸ ਹੋ ਗਏ, ICR ਦੀ ਜਿਹੜੀ ਵੈਬਸਾਈਟ 'ਤੇ ਆ ਉੱਥੋਂ ਜੇ ਇਹਨੂੰ ਕਵਰ ਕਰੋਗੇ ਤਾਂ ਦੈਟ ਵਿਲ ਬੀ ਮੋਰ ਇਫੈਕਟਿਵ। ਅਤੇ ਉਦੋਂ ਬਾਅਦ ਜਿਵੇਂ ਕਿ ਸੀਡ ਰੇਟ ਹੈ, ਹੁਣ ਸੀਡ ਰੇਟ ਆਪਾਂ ਕਿਤੋਂ ਹੋਰ ਥੋੜ੍ਹੀ ਦੇਖ ਸਕਦੇ ਹਾਂ, ਇਹ ਤਾਂ ਆਪਾਂ ਨੂੰ ਪੰਜਾਬ ਦਾ ਪਾਰਟੀਕੂਲਰ ਹੀ ਦੇਖਣਾ ਪਊਗਾ, ਤਾਂ ਕਰਕੇ ਆਪਾਂ ਨੂੰ ਇੱਥੇ ਪੈਕੇਜ ਆਫ ਪ੍ਰੈਕਟਿਸਿਸ ਆਊਗਾ। ਪਲਾਂਟ ਪੋਪੂਲੇਸ਼ਨ, ਇਹ ਵੀ ਉਹ ਪੰਜਾਬ ਦੀ ਪਾਰਟੀਕੂਲਰ, ਫਰਟੀਲਾਈਜ਼ਰ ਕਿੰਨਾ ਦੇਣਾ ਹੈ, ਕਿਉਂਕਿ ਸੋਇਲ ਦੇ ਹਿਸਾਬ ਨਾਲ ਚੇਂਜ ਹੁੰਦਾ ਹੈ, ਹਰਬੀਸਾਈਡਸ ਕਿਹੜੇ ਕਿੱਥੇ ਯੂਜ਼ ਹੋ ਰਹੇ, ਇਰੀਗੇਸ਼ਨ ਦੀ ਕਿੰਨੀ ਰਿਕੁਆਇਰਮੈਂਟ ਹੈ, ਅਤੇ ਲੈਂਡ ਮੈਜ਼ਰਮੈਂਟ ਜਿਵੇਂ ਕਿ ਕਨਾਲ, ਏਕੜ, ਜਿਹੜਾ ਵੀ ਆਪਣੇ ਮਤਲਬ ਪੰਜਾਬ 'ਤੇ ਇਹ ਯੂਜ਼ ਹੁੰਦੇ ਆ ਮੇਨਲੀ, ਮਰਲੇ, ਇਹ ਸਾਰੀਆਂ ਚੀਜ਼ਾਂ, ਤਾਂ ਇਹ ਸਾਰੀਆਂ ਚੀਜ਼ਾਂ ਦੇਖਣੀਆਂ। ਤਾਂ ਇਹ ਸਾਰੀਆਂ ਚੀਜ਼ਾਂ ਮੈਨੂੰ ਪੰਜਾਬ 'ਚ ਪਾਰਟੀਕੂਲਰ ਉਹਨਾਂ ਨੇ ਮੈਂਸ਼ਨ ਨਹੀਂ ਕੀਤਾ POP, ਬਟ ਇਨਡਾਇਰੈਕਟਲੀ ਪਤਾ ਚੱਲ ਰਿਹਾ ਵੀ ਇਹ ਸਾਰੀ ਚੀਜ਼ POP 'ਚ ਹੀ ਆਊਗੀ। ਜਿਵੇਂ ਕਿ ਕਿਹੜੀ ਕਿਹੜੀ ਟੈਕਨੋਲੋਜੀਜ਼ ਇੰਪਰੂਵ ਕਰਨੀ ਹੈ, ਸੀਡਿੰਗ ਟੂ ਗ੍ਰੇਨ ਮੈਚੂਰੇਸ਼ਨ ਤੱਕ ਕਿਹੜੀ ਕਿਹੜੀ ਜੋ ਵੀ ਮੈਥਡਸ ਯੂਜ਼ ਹੋਏ ਹੈ, ਫੀਲਡ ਪ੍ਰੀਪਰੇਸ਼ਨ ਕਿਵੇਂ ਕਰਨੀ ਹੈ। ਤਾਂ ਫੀਲਡ ਪ੍ਰੀਪਰੇਸ਼ਨ ਦੇਖੋ ਹਰੇਕ ਜਗ੍ਹਾ 'ਤੇ ਅਲੱਗ ਹੋ ਸਕਦਾ, ਤਾਂ ਆਪਾਂ ਤਾਂ ਓਬਵੀਅਸਲੀ ਵੀ ਹੈਵ ਟੂ ਸਟੱਡੀ ਰਿਗਾਰਡਿੰਗ ਦਾ ਪੰਜਾਬ, ਸੋ ਦੈਟਸ ਵਾਈ ਸੋਇੰਗ ਮੈਥਡ, ਟਾਈਮ ਆਫ ਸੋਇੰਗ, ਹੁਣ ਆਪਾਂ ਐਂ ਥੋੜ੍ਹੀ ਕਹਿ ਸਕਦੇ ਹਾਂ ਮਤਲਬ ਆਪਾਂ ਕੋਈ ਵੀ ਟਾਈਮ ਆਫ ਸੋਇੰਗ, ਪੰਜਾਬ ਦਾ ਟਾਈਮ ਆਫ ਸੋਇੰਗ ਡਿਫਰੈਂਟ ਹੈ ਨਾ, ਦੈਟਸ ਵਾਈ POP ਇਜ਼ ਇੰਪੋਰਟੈਂਟ। ਸੋ ਇੱਥੇ ਲਿਖਿਆ ਨਹੀਂ ਹੋਇਆ POP, ਬਟ POP ਇਜ਼ ਇੰਪੋਰਟੈਂਟ। ਐਫੀਸ਼ੀਐਂਟ ਮੈਨੇਜਮੈਂਟ ਪ੍ਰੈਕਟਿਸਿਸ ਟਿਲੇਜ ਵਾਸਤੇ, ਫਰਟੀਲਾਈਜੇਸ਼ਨ, ਇਰੀਗੇਸ਼ਨ, ਡਰੇਨੇਜ, ਵੀਡ ਕੰਟਰੋਲ, ਰੀਸਾਈਕਲਿੰਗ, ਇਹ ਸਾਰੀਆਂ ਚੀਜ਼ਾਂ ਇਹ ਸਾਰੀਆਂ POP ਦਾ ਹੀ ਹੈ। ਅਤੇ POP ਦੇ ਪਿੱਛੇ ਜਿਹੜਾ ਦਿੱਤਾ ਹੋਇਆ ਸਿਲੇਬਸ, ਕ੍ਰੌਪ ਰੋਟੇਸ਼ਨ ਦਾ, ਮਲਟੀਪਲ ਕ੍ਰੌਪਿੰਗ, ਮਿਕਸ ਕ੍ਰੌਪਿੰਗ, ਇੰਟਰ ਕ੍ਰੌਪਿੰਗ, ਇਹ ਸਾਰੀਆਂ ਨਾਲੇ ਹਰੇਕ ਕ੍ਰੌਪ 'ਚ ਉਹਨਾਂ ਨੇ ਮੈਂਸ਼ਨ ਕੀਤਾ ਹੋਇਆ, ਜੇ ਤੁਸੀਂ POP ਨੂੰ ਧਿਆਨ ਨਾਲ ਦੇਖੋਗੇ ਤਾਂ ਮੈਂਸ਼ਨ ਕੀਤਾ ਹੋਇਆ। ਫਿਰ ਕ੍ਰੌਪ ਡਾਇਵਰਸੀਫਿਕੇਸ਼ਨ ਅਤੇ ਕੁਛ ਮਾਡਰਨ ਐਗਰੀਕਲਚਰ ਦੇ ਟੋਪਿਕਸ ਹੈ, ਲਾਈਕ ਪ੍ਰੀਸੀਜ਼ਨ ਐਗਰੀਕਲਚਰ, ਇੰਟੀਗ੍ਰੇਟਿਡ ਫਾਰਮਿੰਗ, ਔਰਗੈਨਿਕ ਫਾਰਮਿੰਗ, ਜਿਹੜੀ ਕਿ ਜ਼ਰੂਰਤ ਹੈ ਪੰਜਾਬ ਨੂੰ ਅਡੋਪਟ ਕਰਨ ਵਾਸਤੇ, ਸਸਟੇਨੇਬਲ ਐਗਰੀਕਲਚਰ, ਤਾਂ ਇਹ ਦੇ ਜਸਟ ਵਾਂਟ ਟੂ ਨੋ ਅਬਾਊਟ ਯੋਰ ਥਾਟਸ, ਸੋ ਯੂ ਸ਼ੁੱਡ ਹੈਵ ਸਮ ਬੇਸਿਕ ਨੌਲੇਜ ਰਿਗਾਰਡਿੰਗ ਦਿਸ। ਐਂਡ ਜਿਹੜੇ ਵੀ ਕਰੰਟ 'ਚ ਹੁਣ ਸਕੀਮਸ ਚੱਲ ਰਹੇ ਨੇ ਇਹਨਾਂ ਬਾਰੇ, ਯੂ ਸ਼ੁੱਡ ਹੈਵ ਦ ਨੌਲੇਜ ਰਿਗਾਰਡਿੰਗ ਦੈਟ, ਤਾਂ ਉਹ ਸਾਰੀਆਂ ਚੀਜ਼ਾਂ ਪੜ੍ਹਨੀਆਂ। ਫਿਰ ਸੀਡ ਪ੍ਰੋਡਕਸ਼ਨ ਆਫ ਡਿਫਰੈਂਟ ਫੀਲਡ ਕ੍ਰੌਪਸ, ਇਹ ਸੀਡ ਪ੍ਰੋਡਕਸ਼ਨ ਦੇ ਜਿਹੜੇ ਮੈਥਡ ਹੈ ਇਹ ਵੀ ਹਰੇਕ ਕ੍ਰੌਪ ਦੇ ਪਿੱਛੇ ਲਿਖੇ ਹੋਏ ਆ, ਲਾਈਕ ਉਹਨਾਂ ਨੇ ਲਿਖ ਰੱਖਿਆ ਹੈ। ਹੁਣ ਆਪਾਂ ਦੇਖਾਂਗੇ ਲਾਈਕ ਇਫ ਯੂ ਪ੍ਰੀਪੇਅਰ ਐਨੀ ਵੀਡੀਓ ਵਿਲ ਸੀ ਕਿ ਜਿੱਦਾਂ ਕਿਸੇ ਵੀ ਕ੍ਰੌਪ ਹੈ, ਫਿਰ ਉਹਦਾ ਜੇ ਸੀਡ ਪ੍ਰੀਪਰੇਸ਼ਨ ਕਰਨਾ ਤਾਂ ਉਹਨਾਂ ਨੇ ਸੋਇੰਗ ਮੈਥਡ ਵੀ ਡਿਫਰੈਂਟ ਹੈ, ਉਹਦਾ ਜਿਹੜਾ ਡਿਸਟੈਂਸ ਰੱਖਿਆ ਰੋ ਟੂ ਰੋ ਉਹ ਵੀ ਫਿਰ ਉਹਦੇ ਨੇ ਆਈਸੋਲੇਸ਼ਨ ਡਿਸਟੈਂਸ ਦਾ ਧਿਆਨ ਰੱਖਿਆ, ਫਿਰ ਉਹਨਾਂ ਨੇ ਦੇਖਿਆ ਵੀ A ਲਾਈਨ ਕਿਹੜੀ ਬਣਾਉਣੀ ਹੈ, R ਲਾਈਨ ਕਿਹੜੀ ਬਣਾਉਣੀ ਹੈ, ਲਾਈਕ ਵਿਚ ਵਰਾਇਟੀ ਦੇ ਆਰ ਯੂਜ਼ਿੰਗ ਐਜ਼ ਅ ਫੀਮੇਲ ਐਂਡ ਮੇਲ, ਐਂਡ what are the ratio they are using. So all these kind of things are used for the seed production of different field crops and integrated disease and pest management in the field crops. So this is the base, like ਇਹ ਸਾਰਾ ਸਿਲੇਬਸ ਹੈ ਜਿਹੜਾ ਕਿ ਬੰਦੇ ਨੂੰ ਸਮਝ ਆ ਰਿਹਾ ਕਿ ਕਿੱਥੋਂ ਮੈਂ ਕਵਰ ਕਰਨਾ ਹੈ ਅਤੇ ਕਿਵੇਂ ਮੈਂ ਕਰਨਾ ਹੈ। ਇਹ ਤੁਸੀਂ ਆਪਦੇ ਮਾਈਂਡ 'ਚ ਇੱਕ ਪਲਾਨ ਬਣਾ ਲਓ, ਅਤੇ ਪਾਰਟ 2 ਵੀ ਮਤਲਬ ਇਹ ਵੀ ਇਗਨੋਰ ਨਹੀਂ ਕਰਨਾ, ਦਿਸ ਇਜ਼ ਵੈਰੀ ਇੰਪੋਰਟੈਂਟ, ਇਹਦੇ 'ਚ ਵੀ ਮਾਰਕਸ ਹੈ, ਬਹੁਤ ਮਾਰਕਸ ਹੈ। ਹੁਣ ਮੈਂ ਕੋਈ ਵੀ ਇਹ ਨਹੀਂ ਕਹਿੰਦਾ ਵੀ ਤੁਸੀਂ ਬਹਿ ਕੇ ਜਨਰਲ ਨੌਲੇਜ ਕਰਨ ਲੱਗ ਜਾਓ, ਕਰੰਟ ਅਫੇਅਰ ਕਰਨ ਲੱਗ ਜਾਓ, IAS ਨਹੀਂ ਬਣਨਾ, ਮਤਲਬ ਜੇ ਕਿਸੇ ਨੇ ਬਣਨਾ ਦੈਟ ਇਜ਼ ਡਿਫਰੈਂਟ ਥਿੰਗ, ਬਟ ਇਸ ਐਗਜ਼ਾਮ 'ਚ ਕਿੰਨਾ ਕਹੂਗਾ ਦੈਟ ਇਜ਼ ਕਿ ਹਾਂ ਥੋੜ੍ਹੀ ਅਵੇਅਰਨੈਸ ਰੱਖੋ ਤੁਸੀਂ, ਬਟ ਇੱਦਾਂ ਨਹੀਂ ਕਿ ਇਹਦੇ ਪਿੱਛੇ ਕੋਈ ਬੁੱਕ ਪੜ੍ਹਨ ਬੈਠ ਕੇ ਜਾਂ ਕੁਛ ਹੋਰ, ਬਟ ਇਫ ਸਮਬਡੀ ਇਜ਼ ਆਲਰੇਡੀ ਅਵੇਅਰ ਅਬਾਊਟ ਸਚ ਥਿੰਗਸ ਦੇ ਵਿਲ ਆਨਸਰ ਇਟ ਈਜ਼ੀਲੀ। ਅਤੇ ਜੇ ਕਿਸੇ ਨੇ AFO ਵਗੈਰਾ ਜਾਂ ਕਿਸੇ ਹੋਰ ਐਗਜ਼ਾਮ ਦੀ ਪ੍ਰੀਪਰੇਸ਼ਨ ਕੀਤੀ ਆ ਤਾਂ ਦੇ ਮਾਈਟ ਹੈਵ ਪ੍ਰੀਪੇਅਰ ਫॉर ਦਿਸ ਲੌਜੀਕਲ ਰੀਜ਼ਨਿੰਗ ਐਂਡ ਨਿਊਮਰੀਕਲ ਨੰਬਰ, ਮੈਗਨੀਟਿਊਡ, ਪਰਸੈਂਟੇਜ, ਉਹਨਾਂ ਨੂੰ ਇਹ ਡਾਟਾ ਐਨਾਲਿਸਿਸ, ਗ੍ਰਾਫਿਕ ਪ੍ਰੈਜੈਂਟੇਸ਼ਨ, ਚਾਰਟ ਵਗੈਰਾ ਉਹਨਾਂ ਨੂੰ ਸਾਰਾ ਕੁਛ ਪਤਾ ਹੋਊਗਾ। ਸੋ ਆਮ ਜਸਟ ਹੋਪਿੰਗ ਇਫ ਯੂ ਆਰ ਪ੍ਰੀਪੇਅਰਿੰਗ ਫॉर ਦਿਸ ਐਗਜ਼ਾਮ, ਤਾਂ ਦੂਜੇ ਐਗਜ਼ਾਮ ਵਾਸਤੇ ਪ੍ਰੀਪੇਅਰ ਕੀਤਾ ਹੀ ਹੋਣਾ, ਤਾਂ ਉਹਦੀ ਜਿਹੜੀ ਪ੍ਰੀਪਰੇਸ਼ਨ ਹੈ ਉਹਨੂੰ ਤੁਸੀਂ ਥੋੜ੍ਹਾ ਬਰੱਸ਼ ਅਪ ਕਰ ਲਓ, ਤਾਂ ਉਹਦੇ ਨਾਲ ਹੀ ਤੁਹਾਡਾ ਪਾਰਟ ਕਵਰ ਹੋ ਜੂਗਾ। ਬਟ ਇਹਨੂੰ ਬਿਲਕੁਲ ਇਗਨੋਰ ਕਰੇ 'ਚ ਫਾਇਦਾ ਨਹੀਂ ਹੈ, ਕਿਉਂਕਿ ਇਟ ਵਿਲ ਪਲੇ ਅ ਮੇਜਰ ਰੋਲ। ਸੋ ਇਹਦੇ 'ਤੇ ਵੀ ਧਿਆਨ ਦੇਣਾ। ਅਤੇ ਹੁਣ ਅਪਰੋਚ ਕੀ ਹੋਣਾ ਚਾਹੀਦਾ, ਹੁਣ ਤੁਹਾਨੂੰ ਪਤਾ ਲੱਗ ਗਿਆ ਵੀ ਸਿਲੇਬਸ ਕੀ ਹੈ, ਬੁੱਕਸ ਕਿਹੜੀਆਂ ਕਿਹੜੀਆਂ ਤੋਂ ਮੈਂ ਕਵਰ ਕਰਨਾ ਹੈ, ਅਤੇ ਫਿਰ ਤੁਸੀਂ ਹੁਣ ਕਰਨਾ ਕਿਵੇਂ ਹੈ। ਸਭ ਤੋਂ ਪਹਿਲੀ ਚੀਜ਼ ਜਿਹੜਾ ਵੀ ਐਗਜ਼ਾਮ ਨੂੰ ਕਰੈਕ ਕਰਨ ਦੀ ਹੁੰਦੀ ਹੈ ਦੈਟ ਇਜ਼ ਦੀ ਸੈਲਫ ਬਲੀਵ, ਤੁਹਾਨੂੰ ਖੁਦ 'ਤੇ ਬਲੀਵ ਹੋਣਾ ਚਾਹੀਦਾ ਵੀ ਮੈਂ ਕਰ ਸਕਦਾ ਇਹ ਚੀਜ਼। ਉਦੋਂ ਬਾਅਦ ਹਰੇਕ ਐਗਜ਼ਾਮ ਨੂੰ ਕਰਨ ਦਾ ਹੁੰਦਾ ਵੀ ਸਿਲੇਬਸ, ਹੁਣ ਸਿਲੇਬਸ ਦੇ ਕਈ ਪਾਰਟ ਬਣ ਰਹੇ ਆ, ਤੁਹਾਨੂੰ
समझ आ गया होना भी एग्रोनॉमी भी एक पार्ट बने है, सॉयल साइंस भी पार्ट बनी है, प्लांट ब्रीडिंग पार्ट बने, एक्सटेंशन भी पार्ट बने, फिर ਤੁਹਾਨੂੰ ਬੁੱਕਸ ਦਾ ਵੀ ਤੁਹਾਨੂੰ ਪਤਾ ਲੱਗ ਗਿਆ, POP ਵੀ ਪਾਰਟ ਬਣੀ ਹੈ। ਹੁਣ ਤੁਸੀਂ ਇਹਨੂੰ ਡਿਵਾਈਡ ਕਰ ਲੈਣਾ ਵੀ ਮੈਂ ਅੱਜ ਦੇ ਦਿਨ 'ਚ ਮੈਂ ਐਗਰੋਨੋਮੀ ਦੀ ਆਹ ਚੀਜ਼ ਕਰਨੀ ਹੈ, ਐਕਸਟੈਂਸ਼ਨ ਮਤਲਬ ਇੱਦਾਂ ਨਹੀਂ ਹੈ ਵੀ ਤੁਸੀਂ ਇੱਕ ਦਿਨ 'ਚ ਇੱਕ ਹੀ ਕਰੋ, ਬਾਕੀ ਸਭ ਦਾ ਡਿਫਰੈਂਟ ਹੁੰਦਾ। ਤਾਂ ਤੁਸੀਂ ਦੇਖ ਲਓ ਤੁਹਾਡਾ ਕੀ ਹਾਊ ਯੋਰ ਬ੍ਰੇਨ ਵਰਕ, ਦੈਨ ਯੂ ਕੈਨ ਡਿਵਾਈਡ ਇਟ ਅਕੋਰਡਿੰਗਲੀ ਕਿ ਪਰ ਡੇ ਦੇ ਹਿਸਾਬ ਨਾਲ ਤੁਸੀਂ ਪਹਿਲਾਂ ਤਾਂ ਸਿਲੇਬਸ ਨੂੰ ਡਿਵਾਈਡ ਕਰ ਲਓ ਵੀ ਆਹ ਚੀਜ਼ ਮੈਂ ਇੱਥੋਂ ਕਵਰ ਕਰਨੀ ਆ, ਆਹ ਚੀਜ਼ ਮੈਂ ਇੱਥੋਂ ਕਵਰ ਕਰਨੀ ਆ, ਇੱਥੋਂ ਕਰਨੀ ਹੈ। ਕਰਨ ਤੋਂ ਬਾਅਦ ਤੁਸੀਂ ਹਰੇਕ ਪਾਰਟ 'ਤੇ ਧਿਆਨ ਦੇਣਾ। ਇੱਦਾਂ ਨਹੀਂ ਹੈ ਵੀ ਤੁਸੀਂ ਸਿਰਫ ਐਗਰੀਕਲਚਰ 'ਤੇ ਲੱਗੇ ਪਏ ਹੁੰਦੇ ਆ, ਬਾਕੀ ਚੀਜ਼ਾਂ ਨੂੰ ਇਗਨੋਰ ਕਰਤਾ। ਜੇ ਆਹ ਚੀਜ਼ਾਂ ਬਹੁਤ ਸਿੰਪਲ ਆ ਗਈਆਂ ਤਾਂ ਤੁਹਾਡੇ ਮਾਰਕਸ ਆ ਸਕਣੀ ਸੀ, ਪਰ ਤੁਸੀਂ ਇਹਨੂੰ ਕੀਤਾ ਹੀ ਨਹੀਂ ਤਾਂ ਤੁਸੀਂ ਅਟੈਂਪਟ ਵੀ ਨਹੀਂ ਕਰੋਗੇ ਫਿਰ ਡਰਦੇ ਮਾਰੇ, ਕਿਉਂਕਿ ਨੈਗੇਟਿਵ ਮਾਰਕੀਟਿੰਗ ਇਜ਼ ਦੇਅਰ। ਸੋ ਡੋਂਟ ਇਗਨੋਰ ਸੱਚ ਥਿੰਗਸ ਆਲਸੋ। ਅਤੇ ਪੈਕੇਜ ਆਫ ਪ੍ਰੈਕਟਿਸ ਇਹਨੂੰ ਇਗਨੋਰ ਨਹੀਂ ਕਰ ਸਕਦੇ, ਕਿਉਂਕਿ ਜਿਹੜਾ ਸਿਲੇਬਸ ਹੈ ਜੇ ਕੋਈ ਬੰਦਾ ਇਹਨੂੰ ਧਿਆਨ ਨਾਲ ਦੇਖੂਗਾ ਤਾਂ ਸਿੰਪਲੀ ਸਮਝ ਆ ਰਿਹਾ ਵੀ ਪੈਕੇਜ ਆਫ ਪ੍ਰੈਕਟਿਸ ਇਜ਼ ਇੰਪੋਰਟੈਂਟ। ਐਂਡ ਦੈਨ ਓਕੇ ਤੁਸੀਂ ਪੜ੍ਹ ਰਹੇ ਹੋ ਠੀਕ ਹੈ, ਪਰ ਇਫ ਯੂ ਆਰ ਨਾਟ ਕੀਪਿੰਗ ਦ ਰਿਕਾਰਡ ਲਾਈਕ ਵਟ ਯੂ ਆਰ ਰੀਡਿੰਗ ਔਨ ਦ ਡੇਲੀ ਬੇਸਿਸ, ਬਿਕੋਜ਼ ਐਗਜ਼ਾਮ ਦੀ ਹਲੇ ਕੁਛ ਡੇਟ ਨਹੀਂ ਫਿਕਸ ਹੈ, ਤਾਂ ਤੁਸੀਂ ਕਰਦੇ ਜਾਓਗੇ ਭੁੱਲਦੇ ਜਾਓਗੇ, ਕਰਦੇ ਜਾਓਗੇ ਭੁੱਲਦੇ ਜਾਓਗੇ, ਇਹਦਾ ਤਾਂ ਕੋਈ ਫਾਇਦਾ ਨਹੀਂ ਹੈ ਨਾ। ਸੋ ਯੂ ਸ਼ੁਡ ਮੇਨਟੇਨ ਅ ਰਿਕਾਰਡ ਵੀ ਮੈਂ ਅੱਜ ਕੀ ਕਰ ਰਿਹਾ, ਫਿਰ ਮੈਂ ਕੱਲ੍ਹ ਕੀ ਕੀਤਾ, ਤਾਂ ਫਿਰ ਮੈਂ ਜਿਹੜਾ ਪਿਛਲੇ ਕੱਲ੍ਹ ਕੀਤਾ ਸੀ ਮੈਂ ਉਹਨੂੰ ਥੋੜ੍ਹਾ ਜਿਹਾ ਰਿਵਾਈਜ਼ ਕਰ ਲਾਂ, ਦੈਨ ਨੈਕਸਟ ਡੇ ਅਗੇਨ। ਅਤੇ ਇਹ ਤੁਹਾਡਾ 1-2 ਮੰਥ ਦੀ ਸਟ੍ਰੈਟਜੀ ਬਣ ਜੂਗੀ, ਅਤੇ 1-2 ਮੰਥ 'ਚ ਤੁਸੀਂ ਕਾਫੀ ਵਧੀਆ ਤਰੀਕੇ ਨਾਲ ਇਹਨੂੰ ਪ੍ਰੀਪੇਅਰ ਕਰ ਸਕਦੇ ਹੋ ਜੇ ਤੁਸੀਂ ਰਿਵਾਈਜ਼ ਕਰਦੇ ਰਹੋਗੇ, ਕੰਸਿਸਟੈਂਟਲੀ ਪੜ੍ਹਦੇ ਰਹੋਗੇ। ਤਾਂ ਰਿਕਾਰਡ ਕੀਪਿੰਗ ਵੈਰੀ ਇੰਪੋਰਟੈਂਟ ਹੈ ਕਿਸੇ ਵੀ ਚੀਜ਼ ਨੂੰ ਕਰਨ ਵਾਸਤੇ। ਤੁਹਾਨੂੰ ਪਤਾ ਹੋਣਾ ਚਾਹੀਦਾ ਮੈਂ ਕਿੰਨਾ ਕਰ ਲਿਆ ਅਤੇ ਮੈਂ ਕਿੰਨਾ ਕੁ ਮੇਰਾ ਹਲੇ ਰਹਿੰਦਾ, ਕਿੱਥੇ ਕੁ ਮੈਂ ਪਹੁੰਚ ਗਿਆ, ਐਂਡ ਕਿੰਨਾ ਕੁਛ ਮੈਨੂੰ ਯਾਦ ਹੈ, ਕਿੰਨਾ ਕੁਛ ਨਹੀਂ। ਐਂਡ ਇਵੈਲੂਏਟ ਯੋਰ ਸੈਲਫ, ਦ ਮੋਸਟ ਇੰਪੋਰਟੈਂਟ ਥਿੰਗ ਇਜ਼ ਟਰੈਕ ਯੋਰ ਸੈਲਫ ਵੀ ਮੈਂ ਜੋ ਕੀਤਾ ਮੈਨੂੰ ਯਾਦ ਵੀ ਹੈ ਜਾਂ ਨਹੀਂ ਹੈ। ਖੁਦ ਨੂੰ ਇਵੈਲੂਏਟ ਕਰੋ, ਆਪਦੀ ਪਰਫੋਰਮੈਂਸ ਨੂੰ ਚੈੱਕ ਕਰੋ, ਜਿਹੜੇ ਕਿ ਤੁਸੀਂ ਟੈਸਟ ਸੀਰੀਜ਼ ਵਗੈਰਾ ਦੇ ਥਰੂ ਕਰ ਸਕਦੇ ਹੋ, ਜਾਂ ਕੁਛ ਖੁਦ ਦੇ ਕੁਐਸਚਨਸ ਤੁਸੀਂ ਬਣਾ ਕੇ ਜਾਂ ਖੁਦ ਨੂੰ ਪੁੱਛ ਸਕਦੇ ਹੋ ਕਿਵੇਂ ਵੀ, ਜਾਂ ਕਿਸੇ ਆਪਦੇ ਬ੍ਰਦਰ ਸਿਸਟਰ ਨੂੰ ਦਿਖਾ ਕੇ ਤੁਸੀਂ ਪੁੱਛੋ, ਲਾਈਕ ਦੇ ਵਿਲ ਆਸਕ ਯੂ ਕੁਐਸਚਨ ਐਂਡ ਯੂ ਵਿਲ ਆਨਸਰ ਇਟ ਔਰ ਨਾਟ। ਤੁਹਾਨੂੰ ਪਤਾ ਲੱਗ ਜਾਓ ਵੀ ਤੁਹਾਨੂੰ ਯਾਦ ਰਹਿ ਰਹੀ ਹੈ ਚੀਜ਼ ਜਾਂ ਨਹੀਂ। ਸੋ ਆਲ ਦੀ ਸਟੈਪਸ ਜਿਹੜੇ ਤੁਸੀਂ ਯਾਦ ਰੱਖ ਸਕਦੇ ਹੋ ਵੀ ਕਿਸੇ ਵੀ ਐਗਜ਼ਾਮ ਨੂੰ ਕਿਵੇਂ ਪ੍ਰਿਪੇਅਰ ਕਰਨਾ। ਪਹਿਲਾਂ ਤਾਂ ਬਿਲੀਵ ਕਰੋ ਵੀ ਕਰ ਸਕਦੇ ਹਾਂ, ਸਿਲੇਬਸ ਨੂੰ ਡਿਵਾਈਡ ਕਰ ਲਓ, ਕਿਸੇ ਵੀ ਪਾਰਟ ਨੂੰ ਇਗਨੋਰ ਨਾ ਕਰੋ, POP ਨੂੰ ਵੀ ਇਗਨੋਰ ਨਹੀਂ ਕਰਨਾ। ਡੇਲੀ ਐਕਟੀਵਿਟੀਜ਼ ਦੇ ਅਕੋਰਡਿੰਗ ਡਿਵਾਈਡ ਕਰਕੇ ਰੱਖੋ ਵੀ ਅੱਜ ਮੈਂ ਆਹ ਚੀਜ਼ ਕਰਨੀ ਹੈ, ਅੱਜ ਆਹ ਚੀਜ਼ ਕਰਨੀ ਹੈ, ਐਂਡ ਦੈਨ ਰਿਵਾਈਜ਼ ਕਰੋ ਕੰਸਿਸਟੈਂਟਲੀ। ਕੋਈ ਵੀ ਐਗਜ਼ਾਮ ਕੀਤਾ ਜਾ ਸਕਦਾ, ਇੱਦਾਂ ਕੁਛ ਨਹੀਂ ਹੁੰਦਾ। ਥੈਂਕ ਯੂ ਸੋ ਮਚ, ਐਂਡ ਹੋਪਫੁਲੀ ਵਿਲ ਕਮ ਵਿਦ ਦ ਨੈਕਸਟ ਵੀਡੀਓ। ਲੈਟਸ ਸੀ